ਕਿਸੇ ਕੰਸਲਟੈਂਟ ਕੋਲ ਹੈ ਜਾਂ ਕੋਈ ਝਾੜੂ ਦੀ ਛੜੀ ਨਹੀਂ ਹੈ ਕਿ ਤੁਹਾਨੂੰ ਰਾਤੋਂ ਰਾਤ ਬਿਲਡ ਕਰ ਦੇਗਾ। तो ਉਹ ਝੂਠੇ ਕਾਗਜ਼ ਲਗਾਉਂਦੇ ਆ ਉਸ ਵਾਸਤੇ, ਉਸ ਕਾਗਜ਼ਾਂ ਦੇ ਉੱਤੇ ਤੁਸੀਂ ਅੱਜ ਨਹੀਂ ਤਾਂ ਕੱਲ ਫਸ ਹੀ ਜਾਂਦੇ ਹੋ। ਸਵਾਲ ਇੱਥੇ ਖੜਾ ਹੁੰਦਾ ਕਿ ਬੱਚੇ ਤੁਹਾਡੇ ਤੇ ਟਰਸਟ ਕਿਵੇਂ ਕਰਨ ਕਿ ਤੁਸੀਂ 1 ਸਾਲ ਇੱਥੇ ਸਟੱਡੀ ਕਰਵਾ ਕੇ ਬਾਅਦ ਦੇ ਵਿੱਚ ਉਹਨਾਂ ਨੂੰ ਤੁਸੀਂ ਅੱਗੇ ਸ਼ਿਫਟ ਕਰਵਾ ਸਕਦੇ ਹੋ, ਟ੍ਰਾਂਸਫਰ ਕਰਵਾ ਸਕਦੇ ਹੋ। ਟਰਸਟ ਦੀ ਗੱਲ ਆ ਜਾਂਦੀ, ਕਿਉਂ ਕਰਨ? ਤੁਸੀਂ ਗਾਰੰਟੀਜ਼ ਦੇ ਰਹੇ ਹੋ ਪਰ ਵੀਜ਼ਾ ਰੇਟਸ ਕੀ ਨੇ ਕ੍ਰੋਸਲੈਂਡ ਇਮੀਗ੍ਰੇਸ਼ਨ ਦੇ, ਕ੍ਰੋਸਲੈਂਡ ਐਜੂਕੇਸ਼ਨ ਦੇ, ਤਾਂ ਕਿ ਬੱਚਾ ਤੁਹਾਡੇ ਕੋਲ ਆਏ। ਬੇਸਿਕਲੀ ਹੁੰਦਾ ਕੀ ਹੈ ਕਿ ਮੋਸਟਲੀ ਬੱਚੇ ਮਿਸਗਾਈਡਡ ਹੁੰਦੇ ਆ, ਉਹਨਾਂ ਨੂੰ ਔਰ ਜਿਹੜੇ ਵੀ ਹੋਰ ਲੋਕ ਵੀ ਬੈਠੇ ਕੰਸਲਟੈਂਟ ਬੈਠੇ ਉਹ ਖੁਦ ਆਪਣੇ ਆਪ ਨੇ ਐਜੂਕੇਸ਼ਨ ਨਹੀਂ ਹੁੰਦੀ, ਉਹਨਾਂ ਦੀ ਕੋਈ ਕੁਆਲੀਫਿਕੇਸ਼ਨ ਨਹੀਂ ਹੈ। ਮੰਨ ਲਓ ਵੀਜ਼ਾ ਆ ਗਿਆ, ਬੱਚਾ ਬਾਹਰ ਚਲਾ ਗਿਆ ਤੇ ਇਹਦੇ ਨਾਲ ਬੱਚੇ ਨੂੰ ਕੱਲ ਨੂੰ ਪੀਆਰ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ, ਪਰ ਉਸ ਟਾਈਮ ਤੇ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਫਾਈਲ 'ਚ ਹੈ ਕੀ, ਜਾਂ ਜਿਹੜੀ ਵੀ ਅਸੀਂ ਇੰਸਟੀਟਿਊਸ਼ਨ ਤੋਂ ਸਰਟੀਫਿਕੇਟ ਲਗਾਇਆ, ਕਿਸੇ ਕੰਪਿਊਟਰ ਅਕੈਡਮੀ ਤੋਂ ਲਗਾਇਆ, ਕਿਸੇ ਕਾਲਜ ਯੂਨੀਵਰਸਿਟੀ ਤੋਂ ਬੈਕ ਡੇਟਸ ਵੀ ਸਰਟੀਫਿਕੇਟ ਲਗਾ ਲਏ ਕਿਸੇ ਨੇ ਲੈ ਕੇ, ਔਰ ਬਾਅਦ 'ਚੋਂ ਕਾਲਜ ਯੂਨੀਵਰਸਿਟੀਆਂ ਹੀ ਨਹੀਂ ਬਚਦੀਆਂ। ਤੁਹਾਡੇ ਕੋਲ ਬੈਂਡ ਵੀ ਅੱਛੇ ਹੈ ਬਟ ਸਟਿਲ ਤੁਸੀਂ ਪੈਕੇਜ ਦੇ ਚੱਕਰ 'ਚ ਪ੍ਰਾਈਵੇਟ ਕਾਲਜ ਲੈ ਲੈਂਦੇ ਹੋ ਜਾਂ ਆਪਣੀ ਫੇਕ ਡਾਕੂਮੈਂਟ ਕਰ ਲੈਂਦੇ ਹੋ। ਉਸ ਚੀਜ਼ ਦੇ ਵਿੱਚ ਤੁਹਾਡਾ ਰਿਫਿਊਜ਼ਲ ਰੇਟ ਵੱਧਦਾ ਵੀ ਹੈ ਤੁਹਾਡੇ ਤੇ। ਇਟ ਇਜ਼ ਯੋਰ ਫਿਊਚਰ। ਕੰਸਲਟੈਂਟ ਦੀ ਤਾਂ ਲੋਟਰੀ ਸਿਸਟਮ ਹੁੰਦਾ, ਵੀਜ਼ਾ ਲੱਗ ਗਿਆ ਤਾਂ ਉਹਨੇ 4 ਗੁਣਾ ਪੈਸੇ ਲੈ ਲੈਣੇ, ਨਹੀਂ ਲੱਗਿਆ ਤਾਂ ਉਹਨੇ ਕਹਿਣਾ ਜੀ ਮੈਂ ਤੁਹਾਡੇ ਤੋਂ ਕੀ ਲਿੱਤਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਤੇ ਮੈਂ ਹਾਂ ਖੁਸ਼ਬੂ। ਇੱਕ ਵਾਰ ਫਿਰ ਤੋਂ ਸ਼ੋਅ ਲੈ ਕੇ ਹਾਜ਼ਰ ਹਾਂ, ਚੱਲੀਏ ਸਮੁੰਦਰੋਂ ਪਾਰ, ਜਿਸ ਦੇ ਵਿੱਚ ਅਕਸਰ ਹੀ ਅਸੀਂ ਤੁਹਾਡੇ ਉਹਨਾਂ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਦੇ ਆਪਣੇ ਮਹਿਮਾਨਾਂ ਦੇ ਕੋਲੋਂ ਜਿਨ੍ਹਾਂ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਕੁਝ ਨਾ ਕੁਝ ਨਵਾਂ ਚੱਲਦਾ ਰਹਿੰਦਾ। ਤੇ ਹੁਣ ਅੱਜ ਜੋ ਸਾਡੇ ਨਾਲ ਮਹਿਮਾਨ ਮੌਜੂਦ ਨੇ ਉਹਨਾਂ ਦੇ ਕੋਲ ਤੁਹਾਡੇ ਸਾਰਿਆਂ ਦੇ ਲਈ ਇੱਕ ਬੇਹੱਦ ਵੱਡੀ ਓਪਰਚੁਨਿਟੀ ਹੈ, ਗੋਲਡਨ ਓਪਰਚੁਨਿਟੀ ਕਹਿ ਲਈਏ ਤਾਂ ਇਸ ਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈ। ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਡੀਜੇ ਸਿੰਘ ਦਾ ਸਕਰੋਲ ਪੰਜਾਬ ਤੇ। ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਗੋਲਡਨ ਓਪਰਚੁਨਿਟੀ ਦੀ ਗੱਲ ਹੋਈ ਹੈ ਤਾਂ ਮੈਂ ਚਾਹਾਂਗੀ ਕਿ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਇੰਟਰੋਡਿਊਸ ਕਰਵਾ ਦਿੰਦੇ ਇਹਨਾਂ ਨਾਲ। ਡਾਕਟਰ ਡੀਜੇ ਸਿੰਘ ਨੇ ਕ੍ਰੋਸਲੈਂਡ ਐਜੂਕੇਸ਼ਨਸ ਤੋਂ, ਜਿਨ੍ਹਾਂ ਦੇ ਕੋਲ ਅਸੀਂ ਜਾਣਾਂਗੇ ਕਿ ਕਿਹੜੀ ਉਹ ਗੋਲਡਨ ਓਪਰਚੁਨਿਟੀ ਹੈ ਜਿਸ ਦੇ ਨਾਲ ਕੈਨੇਡਾ ਜਾਣ ਵਾਲੇ ਜੋ ਲੋਕ ਨੇ, ਜੋ ਇੱਛੁਕ ਨੇ, ਉਹਨਾਂ ਦੇ ਸੁਪਨੇ ਪੂਰੇ ਹੋ ਸਕਦੇ ਨੇ। ਸਭ ਤੋਂ ਪਹਿਲਾਂ ਸਰ ਮੈਂ ਜਾਣਨਾ ਚਾਹੂੰਗੀ ਕਿ ਅਜਿਹਾ ਕੀ ਨਵਾਂ ਤੁਸੀਂ ਲੈ ਕੇ ਆਏ ਹੋ। ਸੋ ਇਸ ਤਰ੍ਹਾਂ ਖੁਸ਼ਬੂ ਜੀ, ਪਹਿਲੇ ਤਾਂ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਨੂੰ ਇੱਥੇ ਬੁਲਾਉਣ ਦਾ ਤੇ ਆਪਣੇ ਸਰੋਤਿਆਂ ਨਾਲ ਰੂਬਰੂ ਕਰਾਉਣ ਦਾ। ਸੋ ਜਿਹੜੀ ਤੁਸੀਂ ਸਕੀਮ ਦੀ ਗੱਲ ਕਰ ਰਹੇ ਹੋ, ਗੋਲਡਨ ਓਪਰਚੁਨਿਟੀ ਹੈ, ਉਹ ਕੈਨੇਡਾ ਗਵਰਨਮੈਂਟ ਨੇ ਚਾਈਲਡ ਕੇਅਰ ਗਿਵਰ ਪ੍ਰੋਗਰਾਮ ਕੱਢਿਆ ਹੈ। ਇਹ ਪ੍ਰੋਗਰਾਮ 3 ਸਾਲ ਪਹਿਲੇ ਆਇਆ ਸੀਗਾ ਔਰ ਹੁਣ ਇਸ ਸਕੀਮ ਦਾ ਇਹ ਲਾਸਟ ਈਅਰ ਸਟਾਰਟ ਹੋ ਚੁੱਕਿਆ ਹੈ। ਇਹ ਸਕੀਮ ਹੁਣ ਜਨਵਰੀ 2024 ਚ ਕਲੋਜ਼ ਹੋ ਜਾਣੀ ਹੈ। ਸੋ ਇਸ ਕਰਕੇ ਗੋਲਡਨ ਵੀ ਕਹਿ ਸਕੀਏ ਤੇ ਲਾਸਟ ਓਪਰਚੁਨਿਟੀ ਵੀ ਕਹਿ ਸਕਦੇ ਹਾਂ ਆਪਾਂ ਕਿ ਇਹ ਹੁਣ ਪੰਜਾਬ ਦੇ ਵਾਸੀ ਜੋ ਕਿ ਆਪਣੀ ਫੈਮਿਲੀ ਦੇ ਨਾਲ ਕੈਨੇਡਾ ਜਾ ਕੇ ਸੈਟਲ ਹੋਣਾ ਚਾਹੁੰਦੇ ਹੈ ਉਹਨਾਂ ਲਈ ਇੱਕ ਕਹਿ ਸਕਦੇ ਹਾਂ ਕਿ ਇੱਕ ਫਾਈਨਲ ਓਪਰਚੁਨਿਟੀ ਹੈ, ਲਾਸਟ ਓਪਰਚੁਨਿਟੀ ਹੈ। ਔਰ ਜਿਹੜੀ ਗੋਲਡਨ ਸਕੀਮ ਆਈ ਹੈ ਇਹਦੇ ਅੰਡਰ ਉਹ ਆਪਣੀ ਮਾਈਗ੍ਰੇਸ਼ਨ ਵਰਕ ਪਰਮਿਟ ਕਮ ਪੀਆਰ ਲੈ ਕੇ ਉੱਥੇ ਕੈਨੇਡਾ ਜਾ ਕੇ ਪਰਮਾਨੈਂਟਲੀ ਸੈਟਲ ਹੋਣ ਦਾ ਆਪਣਾ ਇਹ ਸੁਪਨਾ ਸਾਕਾਰ ਕਰ ਸਕਦੇ ਆ ਜੀ। ਤੇ ਸਰ ਇਸ ਚੀਜ਼ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਨੇ, ਮੈਂ ਵੀ ਜਾਣਨਾ ਚਾਹੂੰਗੀ ਤੇ ਮੈਨੂੰ ਲੱਗਦਾ ਜੋ ਹਰ ਕੋਈ ਸੁਣ ਰਿਹਾ ਉਹ ਵੀ ਜਾਣਨਾ ਚਾਹਣਗੇ ਕਿ ਲਾਸਟ ਓਪਰਚੁਨਿਟੀ ਹੈ ਤਾਂ ਹਰ ਕੋਈ ਗ੍ਰੈਬ ਕਰਨਾ ਚਾਹੇਗਾ, ਤਾਂ ਉਹਦੇ ਲਈ ਜੋ ਐਲੀਜੀਬਿਲਿਟੀ ਕੀ ਹੈ ਇਹਦੇ ਲਈ? ਹਾਂਜੀ, ਸੋ ਕੈਨੇਡਾ ਦੀ ਜਿਹੜੀ ਇਹ ਸਕੀਮ ਹੈ ਇਹਦੇ ਅੰਦਰ ਤੁਹਾਨੂੰ ਉੱਥੇ ਜਾ ਕੇ ਛੋਟੇ ਬੱਚਿਆਂ ਦੀ ਦੇਖਭਾਲ ਦਾ ਕੰਮ ਕਰਨਾ ਪੈਂਦਾ। ਇਹ ਕੰਮ ਤੁਸੀਂ ਕਿਸੇ ਪ੍ਰਾਈਵੇਟ ਫੈਮਿਲੀ, ਪਰਸਨਲ ਫੈਮਿਲੀ ਦੇ ਨਾਲ ਉਹਨਾਂ ਦੇ ਘਰ ਵੀ ਕੰਮ ਕਰ ਸਕਦੇ ਹੋ। ਤੁਸੀਂ ਉੱਥੇ ਦੇ ਕਰੈਚਿਸ ਦੇ ਵਿੱਚ ਕੰਮ ਕਰ ਸਕਦੇ ਹੋ। ਕਾਰਪੋਰੇਟਸ ਹੈਗੀਆਂ ਜਿਹੜੀਆਂ ਹਾਇਰ ਕਰ ਰਹੀਆਂ ਹੈਗੀਆਂ, ਸੋ ਉੱਥੇ ਜਾ ਕੇ ਤੁਹਾਨੂੰ ਛੋਟੇ ਬੱਚਿਆਂ ਦੀ ਦੇਖ ਰੇਖ ਦਾ ਇਹ ਕੰਮ ਕਰਨਾ ਹੈ। ਔਰ ਇਹਦੇ ਲਈ ਜਿਹੜੀ ਐਲੀਜੀਬਿਲਿਟੀ ਹੈਗੀ ਹੈ, ਤੁਸੀਂ ਤੁਹਾਡੀ ਜੋ ਵੀ ਕੈਂਡੀਡੇਟ ਹੈਗਾ ਉਹਨਾਂ ਦੀ ਮਿਨੀਮਮ ਏਜ 18 ਈਅਰਸ ਹੋਣੀ ਚਾਹੀਦੀ ਹੈ। ਇਹ ਘੱਟੋ ਘੱਟ ਹੈ ਔਰ ਇਹਦੇ ਤੇ ਅਪਰ ਲਿਮਿਟ ਕੋਈ ਨਹੀਂ ਹੈਗੀ ਜੀ। ਸੋ ਬਟ ਅਸੀਂ ਜੋ ਦੇਖਦੇ ਹਾਂ ਕਿ 35-36 ਸਾਲ ਦੀ ਏਜ ਤੱਕ ਸਕਸੈਸ ਰੇਟ ਕਾਫੀ ਅੱਛਾ ਆਇਆ ਵੀਜ਼ਾ ਦਾ। ਔਰ ਨਾਲ ਹੀ ਤੁਹਾਨੂੰ ਇਹਦੇ ਲਈ ਇੱਕ ਸਪੈਸ਼ਲਾਈਜ਼ ਕੋਰਸ ਕਰਨਾ ਹੁੰਦਾ ਤਾਂ ਕਿ ਤੁਹਾਨੂੰ ਜੋ ਵੀ ਤੁਸੀਂ ਪ੍ਰੋਫੈਸ਼ਨ ਜਾਂਦੇ ਹੋ ਉਸ ਪ੍ਰੋਫੈਸ਼ਨ ਦੀ ਤੁਹਾਡੇ ਕੋਲ ਕੁਆਲੀਫਿਕੇਸ਼ਨ, ਐਜੂਕੇਸ਼ਨ ਹੋਣੀ ਚਾਹੀਦੀ ਹੈ, ਟ੍ਰੇਨਿੰਗ ਹੋਣੀ ਚਾਹੀਦੀ ਹੈ। ਸੋ ਉਹ ਅਸੀਂ ਬੱਚਿਆਂ ਨੂੰ ਇੱਥੇ ਕੈਂਡੀਡੇਟਸ ਨੂੰ ਕਰਵਾ ਰਹੇ ਹਾਂ। ਤੁਹਾਡੇ ਕੋਲ ਚਾਈਲਡ ਕੇਅਰ ਗਿਵਰ ਦਾ ਕੋਰਸ, ਡਿਪਲੋਮਾ ਕੋਰਸ ਹੋਣਾ ਚਾਹੀਦਾ ਪੋਸਟ ਸੈਕੰਡਰੀ, ਉਹ ਵੀ ਅਸੀਂ ਇੱਥੇ ਹੁਣ ਕਰਵਾ ਰਹੇ ਹਾਂ। ਸਾਡੇ ਕੋਲ ਵੈਸਟ ਅਪਰੂਵਡ ਪ੍ਰੋਗਰਾਮ ਹੈਗਾ।
ਸਾਡੇ ਕੋਲ ਹੁਣ ਅਸੀਂ ਲੇਟੈਸਟ ਕੈਨੇਡਾ ਦੇ ਇੱਕ DLI ਅਪਰੂਵਡ ਇੰਸਟੀਟਿਊਸ਼ਨ ਨਾਲ ਟਾਈ ਅਪ ਕੀਤਾ ਜਿਹਦੀ ਕੋਲੈਬੋਰੇਸ਼ਨ ਨਾਲ ਅਸੀਂ ਬੱਚਿਆਂ ਨੂੰ ਇੱਥੇ ਹੀ ਕੋਰਸ ਕਰਾ ਦਿੱਤਾ ਜਾਏਗਾ। ਕੈਨੇਡਾ ਤੋਂ ਉਹਨਾਂ ਨੂੰ ਸਰਟੀਫਿਕੇਟ ਮਿਲੇਗਾ ਔਰ ਬਾਅਦ ਚੋਂ ਆਪਣੇ ਸਪਾਂਸਰ ਵਰਕ ਪਰਮਿਟ ਲੈ ਕੇ ਆਪਣੀ ਡਾਕੂਮੈਂਟੇਸ਼ਨ ਕੰਪਲੀਟ ਕਰਕੇ ਜਨਵਰੀ 24 ਚ ਉਹਨੇ ਐਪਲੀਕੇਸ਼ਨ ਪੋਰਟਲ ਖੁੱਲ੍ਹਣਾ ਹੈ, ਉਦੋਂ ਆਪਣੀ ਐਪਲੀਕੇਸ਼ਨਸ ਲਗਾ ਸਕਦੇ ਆ ਔਰ ਵਿਦਿਨ 2 to 3 ਮੰਥਸ ਉਹਨਾਂ ਨੂੰ ਰਿਜ਼ਲਟ ਮਿਲ ਜਾਂਦਾ ਹੈ। ਸੋ ਆਪਣੇ ਕੋਲ ਟਾਈਮ ਹੈਗਾ ਆਪਣੀ ਪ੍ਰੋਫਾਈਲ ਨੂੰ ਬਿਲਡ ਕਰਨ ਲਈ, ਆਪਣੇ ਕੇਸ ਨੂੰ ਤਿਆਰ ਕਰਨ ਲਈ ਔਰ ਉਹਦੇ ਬੇਸਿਸ ਤੇ ਅਸੀਂ ਆਪਣਾ ਵੀਜ਼ਾ ਐਪਲੀਕੇਸ਼ਨ ਕਰ ਸਕਦੇ ਹਾਂ ਜੀ। ਤੇ ਇਹਦੇ ਵਿੱਚ ਤੁਸੀਂ ਦੱਸਿਆ ਕਿ ਕਿਸ ਤਰੀਕੇ ਹੋ ਸਕਦਾ ਗੈਪ ਜਿਹੜੇ ਬੱਚਿਆਂ ਦਾ ਜਾਂ ਜਿਨ੍ਹਾਂ ਦੀ ਰਿਫਿਊਜ਼ਲ ਹੈ ਜਾਂ ਹੋਰ ਜਿਹੜੇ ਮਤਲਬ ਨਾਰਮਲ ਪ੍ਰੋਬਲਮਸ ਆਉਂਦੀਆਂ ਨੇ ਵੀਜ਼ੇ ਵਾਸਤੇ, ਗੈਪ ਹੋ ਗਈ, ਰਿਫਿਊਜ਼ਲ ਹੋ ਗਈ ਜਾਂ ਆਇਲਸ ਦੇ ਬੈਂਡਸ, ਤੇ ਇਹਦੇ ਲਈ ਉਹਨਾਂ ਦੀ ਕੀ ਐਲੀਜੀਬਿਲਿਟੀ, ਕੀ ਕ੍ਰਾਈਟੇਰੀਆ ਇਸ ਦੇ ਲਈ? ਹਾਂਜੀ, ਸੋ ਇਹ ਤੁਰੰਤ ਨਾ ਜੀ ਇਹਦੇ ਵਿੱਚ ਹਰ ਚੀਜ਼ ਦੇ ਸੋਲੂਸ਼ਨ ਇਸ ਤੁਹਾਨੂੰ ਮਿਲ ਜਾਂਦੇ ਆ। ਸੋ ਅਗਰ ਤੁਹਾਡਾ ਗੈਪ ਵੀ ਹੈਗਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ ਹੁਣ ਫਰੈਸ਼ ਆਪਣੀ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਲੈ ਕੇ ਚਾਈਲਡ ਕੇਅਰ ਗਿਵਰ ਦੀ ਆਪਣੇ ਆਪ ਨੂੰ ਨਵੇਂ ਪ੍ਰੋਫੈਸ਼ਨ ਦੇ ਹਿਸਾਬ ਨਾਲ ਅੱਗੇ ਲੈ ਕੇ ਜਾ ਸਕਦੇ ਹੋ। ਬੈਂਡ ਰਿਕੁਆਇਰਮੈਂਟ ਜੀ ਤੁਸੀਂ ਪੁੱਛਿਆ ਖੁਸ਼ਬੂ ਜੀ, ਉਹਦੇ ਵਿੱਚ ਵੀ ਬੜੀ ਨੋਮੀਨਲ ਰਿਕੁਆਇਰਮੈਂਟ ਹੈ। ਤੁਹਾਨੂੰ ਆਈਲੈਟਸ GT ਵਿਦ 5.5 ਬੈਂਡ, 5.5 ਬੈਂਡ ਤੁਹਾਨੂੰ ਚਾਹੀਦੇ ਹੈ, ਨਾਟ ਲੈਸ ਦੈਨ 5। ਸੋ ਉਹ ਵੀ ਬੈਂਡ ਰਿਕੁਆਇਰਮੈਂਟਸ ਵੀ ਬਹੁਤ ਘੱਟ ਹੈਗੀਆਂ। ਸੋ ਔਰ ਕਿਸੇ ਵੀ ਤੁਸੀਂ ਪ੍ਰੋਫੈਸ਼ਨ ਚੋਂ ਆ ਰਹੇ ਹੋ, ਤੁਸੀਂ ਕੋਈ ਨਰਸਿੰਗ ਕੀਤੀ ਹੈ, GNM ਕੀਤੀ ਹੈ, B.Ed ਕੀਤੀ ਹੈ, BA ਕੀਤੀ ਹੈ, ਤਾਂ ਵੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਥਰੂ ਆਪਣੀ ਮਾਈਗ੍ਰੇਸ਼ਨ ਲੈ ਸਕਦੇ ਹੋ ਔਰ ਪੂਰੀ ਫੈਮਿਲੀ ਲੈ ਸਕਦੀ ਹੈ। ਸੋ ਜਨਰਲੀ ਆਪਾਂ ਦੇਖੀਏ ਕਿ 30-32 ਸਾਲ ਦੀ 35 ਸਾਲ ਦੀ ਏਜ ਦੇ ਵਿੱਚ ਸਾਡੇ ਕੋਲ ਨਾ ਸਟੂਡੈਂਟ ਵੀਜ਼ਾ ਰਸਤਾ ਹੁੰਦਾ ਹੈ, ਨਾ ਸਾਡੇ ਕੋਲ ਕੋਈ ਪ੍ਰੋਫੈਸ਼ਨਲ ਮਾਈਗ੍ਰੇਸ਼ਨ ਹੁੰਦੀ ਹੈ। ਸੋ ਇਹ ਬਹੁਤ ਹੀ ਇੱਕ ਯੂਨੀਕ ਕਹਿ ਸਕਦੇ ਹਾਂ, ਇੱਕ ਵਧੀਆ ਓਪਰਚੁਨਿਟੀ ਹੈ ਪੰਜਾਬ ਦੇ ਵਿੱਚ ਫੈਮਲੀਜ਼ ਦੇ ਨਾਲ ਤੁਹਾਨੂੰ ਮਾਈਗ੍ਰੇਸ਼ਨ ਹੋਣ ਦੀ। ਤੁਸੀਂ ਆਪ, ਤੁਹਾਡਾ ਸਪਾਊਸ, ਤੁਹਾਡੇ ਬੱਚੇ ਨਾਲ ਜਾ ਸਕਦੇ ਇਸ ਸਕੀਮ ਦੇ ਵਿੱਚ ਜੀ। ਉਹਨਾਂ ਨੂੰ ਵੀ ਓਪਨ ਵਰਕ ਪਰਮਿਟ ਮਿਲਦਾ ਹੈ ਔਰ ਨਾਲ ਬੱਚਿਆਂ ਨੂੰ ਵੀ ਸਟੱਡੀ ਪਰਮਿਟ ਮਿਲਦਾ ਹੈ ਜੀ। ਤਾਂ ਕਾਫੀ ਜ਼ਿਆਦਾ ਵੱਡੀ ਓਪਰਚੁਨਿਟੀ ਵੀ ਕਹਿ ਸਕਦੇ ਹਾਂ। ਤੇ ਸਰ ਮੈਂ ਜਾਣਨਾ ਚਾਹੂੰਗੀ ਇਹਦੇ ਲਈ ਆਪਣੇ ਫੰਡਸ ਕਿੰਨੇ ਲੱਗਦੇ ਨੇ, ਸਾਰੀ ਪ੍ਰੋਸੈਸ ਕਿਸ ਤਰੀਕੇ ਦੀ ਹੈ ਇਹ? ਜੀ, ਸੋ ਸਟਾਰਟ ਹੁੰਦਾ ਜੀ ਜਿਨ੍ਹਾਂ ਕੋਲ ਕੁਆਲੀਫਿਕੇਸ਼ਨ ਨਹੀਂ ਉਹਨਾਂ ਨੂੰ ਕੁਆਲੀਫਿਕੇਸ਼ਨ ਲੈਣੀ ਪੈਂਦੀ ਹੈ, ਫਿਰ ਉਹਨਾਂ ਦੇ ਸਪਾਂਸਰਸ ਆਉਂਦੇ ਆ, ਨਾਲ ਹੀ ਉਹਨਾਂ ਨੂੰ ਆਈਲੈਟਸ ਕਰਨਾ ਹੈ ਤੇ ਉਸ ਤੋਂ ਇਲਾਵਾ ਜਿਹੜਾ ਵੀਜ਼ਾ ਪ੍ਰੋਸੈਸਿੰਗ ਫੀਸ ਹੈਗੀਆਂ, ਐਪਲੀਕੇਸ਼ਨ ਫੀਸ ਆ, ਉਹ ਵੀ ਤੁਹਾਡੀਆਂ PR ਦੀ ਐਪਲੀਕੇਸ਼ਨ ਫੀਸਿਸ ਲੱਗਦੀਆਂ। ਸੋ ਟੈਂਟੇਟਿਵ ਜਿਹੜਾ ਆਪਾਂ ਕਹਿ ਸਕਦੇ ਹਾਂ ਕਾਸਟ ਇੰਡੀਵਿਜੂਅਲ ਤੇ ਜਾਂ ਫੈਮਿਲੀ ਮੈਂਬਰਸ ਤੇ ਡਿਪੈਂਡ ਕਰਦੀ ਹੈ, ਜੋ ਕਿ 22 ਤੋਂ 25 ਲੱਖ ਦੇ ਵਿੱਚ ਪੈਂਦੀ ਹੈ ਜੀ। ਤੇ ਇਹਦੇ ਵਿੱਚ ਜਿਸ ਤਰੀਕੇ ਦੇ ਨਾਲ ਪ੍ਰੋਸੈਸ ਦੀ ਟਾਈਮਿੰਗ ਕੀ ਹੈ, ਕਿਉਂਕਿ ਇਸ ਨੂੰ ਕਿੰਨਾ ਕੁ ਟਾਈਮ ਲੱਗ ਸਕਦਾ? ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ 2024 ਦੇ ਵਿੱਚ ਪੋਰਟਲ ਬੰਦ ਹੋ ਜਾਏਗਾ, ਜਨਵਰੀ ਤੱਕ ਦਾ ਸਮਾਂ, ਤਾਂ ਕਿੰਨਾ ਕੁ ਟਾਈਮ ਦਾ ਇਹ ਸਾਰਾ ਪ੍ਰੋਸੈਸ ਹੈ? ਦੇਖੋ ਆਪਾਂ ਮੇਜਰ ਜਿਹੜਾ ਇਹਦੇ ਵਿੱਚ ਟਾਈਮ ਕੰਜ਼ਿਊਮਿੰਗ ਫੈਕਟਰ ਹੈਗਾ ਉਹ ਹੈਗਾ ਤੁਹਾਡੀ ਕੁਆਲੀਫਿਕੇਸ਼ਨ ਦਾ। ਸੋ ਕਿਉਂਕਿ ਇਹਦੇ ਵਿੱਚ 1 ਈਅਰ ਦਾ ਕੋਰਸ ਚਾਹੀਦਾ ਹੁੰਦਾ, ਉਹਦੇ ਵਿੱਚ ਵੀ ਅਸੀਂ ਕੈਨੇਡੀਅਨ ਕਾਲਜ ਨਾਲ ਫਾਸਟ ਟਰੈਕ ਪ੍ਰੋਗਰਾਮ ਲਾਂਚ ਕੀਤਾ। ਕੁਝ ਕਲਾਸਿਸ ਇੱਥੇ, ਕੁਝ ਆਨਲਾਈਨ ਕਰਕੇ ਜਲਦੀ ਤੋਂ ਜਲਦੀ ਕੋਰਸ ਕੰਪਲੀਟ ਕਰਾ ਕੇ ਅਸੀਂ ਬੱਚਿਆਂ ਦੀ ਐਪਲੀਕੇਸ਼ਨ ਕਰ ਸਕਦੇ ਹਾਂ। ਫਿਰ ਵੀ ਸਾਡੇ ਕੋਲ ਕਹੀਏ ਕਿ ਆਲਮੋਸਟ ਕੋਈ ਵੀ ਫਾਈਲ ਤਿਆਰ ਕਰਦੇ ਹਾਂ ਆਪਾਂ ਨੂੰ 5-6 ਮਹੀਨੇ ਲੱਗਦੇ ਹੀ ਹੈ। ਸੋ ਸਾਡੇ ਕੋਲ ਹੁਣ ਠੀਕ ਟਾਈਮ ਹੈ, ਅਗਰ ਹੁਣੇ ਕੈਂਡੀਡੇਟਸ ਆਪਣਾ ਇੱਕ ਪ੍ਰੋਗਰਾਮ ਸ਼ੁਰੂ ਕਰ ਲੈਂਦੇ, ਆਪਣੀ ਤਿਆਰੀ ਸ਼ੁਰੂ ਕਰਦੇ ਹੈ, ਤਾਂ ਆਪਣੀ ਈਜ਼ੀਲੀ ਟਾਈਮ ਤੇ ਫਾਈਲ ਪ੍ਰਿਪੇਅਰ ਕਰਕੇ ਜਨਵਰੀ ਦੇ ਵਿੱਚ ਪੋਰਟਲ ਖੁੱਲ੍ਹਣਾ 24 ਦੇ ਵਿੱਚ, ਉਦੋਂ ਇਹ ਫਾਈਲਾਂ ਲੌਂਚ ਹੋਣੀਆਂ ਤੇ ਨਾਲ ਦੀ ਨਾਲ ਉਹਨਾਂ ਦੇ ਵਿਦਿਨ 2 to 3 ਮੰਥਸ ਰਿਜ਼ਲਟ ਆ ਜਾਂਦੇ। ਸੋ ਓਵਰਆਲ ਟਾਈਮ ਲਾਈਨ ਲਈਏ ਤਾਂ 6 ਤੋਂ ਸਾਲ ਦਾ ਟਾਈਮ ਲੱਗਦਾ ਹੈ, ਡਿਪੈਂਡ ਕਰਦਾ ਤੁਸੀਂ ਕੰਮ ਕਦੋਂ ਸ਼ੁਰੂ, ਆਪਣਾ ਪ੍ਰੋਸੈਸ ਸ਼ੁਰੂ ਕਰ ਰਹੇ ਜੀ। ਯਾਨੀ ਕਿ ਜੇਕਰ ਤੁਸੀਂ ਇਸ ਸਕੀਮ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਵੀਜ਼ਾ ਲੈਣਾ ਚਾਹੁੰਦੇ ਹੋ ਵਿਦ ਫੈਮਿਲੀ, ਤਾਂ ਤੁਹਾਨੂੰ 6 ਮਹੀਨੇ ਤੋਂ 1 ਸਾਲ ਦਾ ਸਮਾਂ ਲੱਗੇਗਾ। ਪਰ ਗੋਲਡਨ ਓਪਰਚੁਨਿਟੀ ਹੈ, ਸਾਰੀ ਦੀ ਸਾਰੀ ਫੈਮਿਲੀ ਜਾ ਸਕਦੀ, ਬੱਚਿਆਂ ਲਈ ਸਟੱਡੀ ਦੇ ਲਈ ਵੀ ਉੱਥੇ ਹੋ ਸਕਦਾ ਹੈ, ਤੁਹਾਡੇ ਕੰਮ ਦੇ ਲਈ ਵੀ ਹੋ ਸਕਦਾ ਹੈ। ਤੇ ਸਟੱਡੀ ਵੀਜ਼ਾ ਜਿਹੜੇ ਲੱਗਦੇ ਨੇ ਸਰ, ਉਹਦੇ ਵਿੱਚ ਕਈ ਸਟੂਡੈਂਟ ਬਹੁਤ ਜ਼ਿਆਦਾ ਫਸ ਜਾਂਦੇ ਨੇ ਇਹਨਾਂ ਚੀਜ਼ਾਂ ਦੇ ਵਿੱਚ, ਉਹਨਾਂ ਸਟੂਡੈਂਟਸ ਦੇ ਲਈ ਕੀ ਵੇ ਆਊਟ ਹੈ, ਕੀ ਰਸਤਾ ਉਹਨਾਂ ਦੇ ਲਈ? ਸੋ ਖੁਸ਼ਬੂ ਜੀ ਮੈਂ ਥੋੜਾ ਕਲੈਰੀਫਾਈ ਕਰਦੇ ਹਾਂ। ਆਪਾਂ ਹੁਣ ਨਾਰਮਲ ਸਟੂਡੈਂਟ ਦੀ ਗੱਲ ਕਰ ਰਹੇ ਹਾਂ, ਚਾਈਲਡ ਕੇਅਰ ਗਿਵਰ ਇੱਕ ਅਲੱਗ ਪਾਲਿਸੀ ਸੀ, ਹੁਣ ਆਪਾਂ ਗੈਪ ਸਟੂਡੈਂਟਸ ਦੇ ਵੀ ਲਈ ਵੀ ਸੋਲੂਸ਼ਨ ਹੈ ਸਾਡੇ ਕੋਲ। ਸੋ ਉਹਨਾਂ ਲਈ ਵੀ ਅਸੀਂ ਜਿਹੜੇ ਵੀ ਬੱਚੇ, ਕਈਆਂ ਦੇ ਗੈਪ ਹੈਗੇ ਆ ਜਾਂ ਰਿਫਿਊਜ਼ਲਸ ਹੈਗੇ ਆ ਜਾਂ ਲੋ ਬੈਂਡਸ ਹੈ, ਅਕੈਡਮਿਕਸ ਉਹਨਾਂ ਦਾ ਸਕੋਰ ਘੱਟ ਹੈ, ਕਿਸੇ ਨਾ ਕਿਸੇ ਵਜ੍ਹਾ ਨਾਲ ਇੱਥੇ ਰੁਕੇ ਹੋਏ ਆ, ਆਪਣਾ ਵੀਜ਼ਾ ਸਕਸੈਸ ਰੇਟ ਨਹੀਂ ਲੈ ਸਕਦੇ, ਉਹਨਾਂ ਲਈ ਵੀ ਅਸੀਂ ਇੱਕ ਗੋਲਡਨ ਓਪਰਚੁਨਿਟੀ ਪ੍ਰੋਗਰਾਮ ਲੈ ਕੇ ਆਏ ਹਾਂ, ਪਾਥਵੇ ਪ੍ਰੋਗਰਾਮ ਲੈ ਕੇ ਆਏ ਹਾਂ। ਜਿਸ ਤਰ੍ਹਾਂ ਹੁਣ ਬੱਚੇ ਅੱਜ ਜਾਣਦੇ ਆ ਕਿ ਅਸੀਂ ਕੈਨੇਡਾ ਜਾਣਾ ਹੈ, ਤਾਂ ਉਹਨਾਂ ਨੂੰ ਸਤੰਬਰ 23 ਇਨਟੇਕ ਮਿਲ ਰਹੀ ਹੈ, ਜਾਂ US ਜਾਣਾ ਚਾਹੁੰਦੇ, ਜਾਂ ਆਸਟ੍ਰੇਲੀਆ ਜਾਣਾ ਚਾਹੁੰਦੇ, ਜਾਂ ਹੁਣ UK ਜਾਣਾ ਚਾਹੁੰਦੇ ਆ, ਉਹਨਾਂ ਦੀ ਅਗਲੀ ਇਨਟੇਕ ਸਤੰਬਰ 2023 ਹੈ। ਸੋ ਅੱਜ ਦੀ ਗੱਲ ਕਰੀਏ ਤਾਂ ਆਲਮੋਸਟ 9 ਮਹੀਨੇ ਉਹਨਾਂ ਦੇ ਪਏ ਹੈ, ਜਿਹਦੇ 'ਚ ਉਹਨਾਂ ਦਾ ਆਲਮੋਸਟ 1 ਸਾਲ ਵੇਸਟ ਹੋ ਰਿਹਾ। ਸੋ ਇਹ ਤਾਂ ਫਰੈਸ਼ ਸਟੂਡੈਂਟ ਵੀ ਹੈ ਔਰ ਪਿਛਲੇ ਵੀ ਉਹਨਾਂ ਦੇ ਕਈਆਂ ਦੇ 2-2 4-4 ਸਾਲ ਦੇ ਗੈਪ ਪਏ ਹੋਏ ਆ, ਉਹਨਾਂ ਨੂੰ ਡਾਇਰੈਕਟ ਵੀਜ਼ਾ ਦੀ ਆਪਸ਼ਨਸ ਉਹਨਾਂ ਲਈ ਬੰਦ ਹੋ ਚੁੱਕੀਆਂ। ਸੋ ਉਹਨਾਂ ਲਈ ਵੀ ਅਸੀਂ ਇੱਕ ਇੰਟਰਨੈਸ਼ਨਲ ਪ੍ਰੋਗਰਾਮ ਲੈ ਕੇ ਆਏ ਹਾਂ, ਜਿਹਦੇ ਵਿੱਚ ਅਸੀਂ ਉਹਨਾਂ ਸਟੂਡੈਂਟਸ ਨੂੰ
ਚੰਡੀਗੜ੍ਹ ਇੰਟਰਨੈਸ਼ਨਲ ਕੈਂਪਸ ਦੇ ਅੰਦਰ ਅਸੀਂ ਉਹਨਾਂ ਦੀ ਐਜੂਕੇਸ਼ਨ ਹੁਣੇ ਹੀ ਸਟਾਰਟ ਕਰ ਦਿਆਂਗੇ ਜੀ ਅਗਲੇ 8-10 ਮਹੀਨਿਆਂ ਦੇ ਵਿੱਚ ਉਹਨਾਂ ਦੀ ਐਜੂਕੇਸ਼ਨ ਪੂਰੀ ਹੋ ਜਾਂਦੀ ਹੈ ਔਰ ਉਹ ਆਪਣਾ ਸੈਕੰਡ ਈਅਰ ਜਿਹੜਾ ਹੈ ਉਹ ਸਤੰਬਰ 2023 ਜਾਂ ਜਨਵਰੀ 2024 ਦੇ ਵਿੱਚ ਆਪਣੇ ਜਿਹੜੇ ਵੀ ਡ੍ਰੀਮ ਕੰਟਰੀ 'ਚੋਂ ਜਾਣਾ ਚਾਹੁੰਦੇ ਆ, ਆਸਟ੍ਰੇਲੀਆ ਜਾਣਾ ਚਾਹੁੰਦੇ ਆ, ਕੈਨੇਡਾ ਜਾਣਾ ਚਾਹੁੰਦੇ ਆ, ਯੂਕੇ ਜਾਣਾ ਚਾਹੁੰਦੇ ਆ, US ਜਾਣਾ ਚਾਹੁੰਦੇ ਆ, ਉਹਨਾਂ ਨੂੰ ਉੱਥੇ ਅਸੀਂ ਸੈਕੰਡ ਈਅਰ ਟਰਾਂਸਫਰ ਪ੍ਰੋਗਰਾਮ ਦੇ ਰਹੇ ਹਾਂ। ਸੋ ਇਹਦੇ ਵਿੱਚ ਉਹਨਾਂ ਦੇ ਜਿੰਨੀਆਂ ਵੀ ਪਿਛਲੀਆਂ ਪ੍ਰੋਬਲਮਸ ਹੈਗੀਆਂ, ਗੈਪ ਹੈਗਾ, ਰਿਫਿਊਜ਼ਲ ਹੈਗੇ ਆ, ਉਹ ਉਹਨਾਂ ਦਾ ਪ੍ਰੋਫਾਈਲ ਬਿਲਟ ਹੋ ਜਾਂਦਾ ਹੈ ਔਰ ਉਹਦੇ ਨਾਲ ਉਹਦਾ ਵੀਜ਼ਾ ਸਕਸੈਸ ਰੇਟ ਉਹਨਾਂ ਦਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਜੀ। ਪਰ ਜਿਹੜੀ ਤੁਸੀਂ ਇਹ ਗੱਲ ਕਹੀ ਕਿ ਇੱਥੇ ਫਸਟ ਈਅਰ ਕਰਵਾ ਕੇ ਤੇ ਬਾਅਦ ਦੇ ਵਿੱਚ ਬੱਚੇ ਨੂੰ ਤੁਸੀਂ ਉਹਨਾਂ ਦੀ ਡ੍ਰੀਮ ਕੰਟਰੀ ਦੇ ਵਿੱਚ ਮੂਵ ਕਰਵਾ ਦੋਗੇ, ਪਰ ਸਵਾਲ ਇੱਥੇ ਖੜਾ ਹੁੰਦਾ ਕਿ ਬੱਚੇ ਤੁਹਾਡੇ ਤੇ ਟਰਸਟ ਕਿਵੇਂ ਕਰਨ ਕਿ ਤੁਸੀਂ 1 ਸਾਲ ਇੱਥੇ ਸਟੱਡੀ ਕਰਵਾ ਕੇ ਬਾਅਦ ਦੇ ਵਿੱਚ ਉਹਨਾਂ ਨੂੰ ਤੁਸੀਂ ਅੱਗੇ ਸ਼ਿਫਟ ਕਰਵਾ ਸਕਦੇ ਹੋ, ਟ੍ਰਾਂਸਫਰ ਕਰਵਾ ਸਕਦੇ ਹੋ। ਟਰਸਟ ਦੀ ਗੱਲ ਆ ਜਾਂਦੀ, ਕਿਉਂ ਕਰਨ ਟਰਸਟ? ਸੋ ਇੱਕ ਤਾਂ ਜਿਹੜੀ ਅਸੀਂ ਕੁਆਲੀਫਿਕੇਸ਼ਨ ਇੱਥੇ ਉਹਨਾਂ ਨੂੰ ਦੇ ਰਹੇ ਹਾਂ, ਵਰਲਡ ਦੀ ਸਭ ਤੋਂ ਵੱਡੀ ਕੰਪਨੀ ਪੀਅਰਸਨ ਤੋਂ ਆਏਗੀ। ਪੀਅਰਸਨ BTC ਪ੍ਰੋਗਰਾਮ ਹੈ, UK ਦੀ ਟਾਪ ਇੰਸਟੀਟਿਊਸ਼ਨ ਤੋਂ ਇਹ ਸਰਟੀਫਿਕੇਸ਼ਨ ਐਜੂਕੇਸ਼ਨ ਇੱਥੇ ਉਹਨਾਂ ਨੂੰ ਮਿਲੇਗੀ। ਸੋ ਉਹਦੀ ਰੈਕੋਗਨੀਸ਼ਨ ਦੇ ਉੱਤੇ ਕੋਈ ਚੈਲੰਜ ਨਹੀਂ ਹੈਗਾ। ਲਿਸਟਾਂ ਬਣੀਆਂ ਹੋਈਆਂ 348 ਯੂਨੀਵਰਸਿਟੀ ਦੇ ਵਿੱਚ ਉਹ ਅਸੈਪਟੇਬਲ ਹੈਗਾ ਸਾਡੇ ਕੋਲੋਂ ਪ੍ਰੋਗਰਾਮ। ਉਸ ਤੋਂ ਇਲਾਵਾ ਅਸੀਂ ਗੱਲ ਕਰੀਏ ਕਿ ਸਾਡਾ ਆਪਣਾ ਇੰਸਟੀਟਿਊਸ਼ਨ ਜਿੱਥੇ ਅਸੀਂ ਇਹ ਬੱਚਿਆਂ ਨੂੰ ਕੋਰਸ ਕਰਾ ਰਹੇ ਹਾਂ ਪਿਛਲੇ 23 ਸਾਲ ਤੋਂ ਐਸਟੈਬਲਿਸ਼ਡ ਹੈ, ਟਾਪ ਰੈਂਕਿੰਗ ਇੰਸਟੀਟਿਊਸ਼ਨ ਚਾਹੁੰਦਾ ਜਿੱਥੇ ਕਲਾਸਿਸ ਲੱਗਣਗੀਆਂ। ਥਰਡ ਜਿਹੜਾ ਇਹਦੇ ਵਿੱਚ ਟਰਸਟ ਫੈਕਟਰ ਦਾ ਮੇਜਰ ਇਸ਼ੂ ਬੱਚਿਆਂ ਨੂੰ ਹੁੰਦਾ ਕਿ ਅਸੀਂ ਇੱਥੇ ਇੰਟਰਨੈਸ਼ਨਲ ਐਜੂਕੇਸ਼ਨ ਲੈ ਰਹੇ ਹਾਂ, ਟਾਈਮ ਵੀ ਲਗਾ ਰਹੇ ਹਾਂ, ਪੈਸੇ ਵੀ ਲਗਾ ਰਹੇ ਹਾਂ, ਕੱਲ ਨੂੰ ਸਾਡਾ ਵੀਜ਼ਾ ਨਹੀਂ ਆਉਂਦਾ ਤਾਂ ਉਹਦੇ 'ਚ ਅਸੀਂ ਬੱਚਿਆਂ ਨੂੰ ਇਹ ਵੀ ਇੱਕ ਤਰੀਕੇ ਨਾਲ ਅਸ਼ੋਰੈਂਸ ਦੇ ਰਹੇ ਹਾਂ ਕਿ ਉਹ ਆਪਣੀ ਜਿਹੜੀ ਫਸਟ ਈਅਰ ਦੀ ਫੀਸ ਹੈ ਉਹ ਆਫਟਰ ਵੀਜ਼ਾ ਵੀ ਪੇ ਕਰ ਸਕਦੇ ਆ ਜੀ। ਤੇ ਫੀਸ ਜਿਹੜੀ ਆਫਟਰ ਵੀਜ਼ਾ ਪੇ ਹੋਏਗੀ ਤਾਂ ਉਸ ਤੋਂ ਬਾਅਦ ਜਦੋਂ ਬੱਚੇ ਦਾ ਵੀਜ਼ਾ ਲੱਗ ਜਾਂਦਾ ਤੇ ਉਹ ਫੀਸ ਤੁਹਾਨੂੰ ਬੱਚਾ ਇੱਥੇ ਦੇ ਕੇ ਫਿਰ ਅੱਗੇ ਮੂਵ ਹੁੰਦਾ? ਹਾਂਜੀ, ਫਸਟ ਈਅਰ ਦੀ ਫੀਸ ਉਹਨੇ ਇੱਥੇ ਦੇਣੀ ਹੈ। ਅਸੀਂ ਇੱਕ ਟਰਸਟ ਫੈਕਟਰ ਬਿਲਡ ਕਰਨ ਲਈ ਉਹਨਾਂ ਨੂੰ ਆਪਸ਼ਨ ਕ੍ਰੈਡਿਟ ਫੈਸਿਲਿਟੀ ਦੇ ਰਹੇ ਹਾਂ ਕਿ ਉਹ ਅਗਰ ਉਹਨਾਂ ਨੂੰ ਡਾਊਟ ਹੈ ਕਿ ਇਹ ਪ੍ਰੋਗਰਾਮ ਦੇ ਥਰੂ ਇੱਥੇ ਉਹਨਾਂ ਦੀ ਇਨਵੈਸਟਮੈਂਟ ਵੇਸਟ ਨਾ ਹੋ ਜਾਏ ਤਾਂ ਉਹ ਸਾਨੂੰ ਆਫਟਰ ਸਟੱਡੀ ਹੀ ਪੇਮੈਂਟ ਕਰ ਸਕਦੇ ਆ। ਜੋ ਅਸੀਂ ਇੱਥੇ ਪੜ੍ਹਾ ਰਹੇ ਹਾਂ ਅਸੀਂ ਆਪਣੀ ਫੀਸ ਉਹਨਾਂ ਤੋਂ ਬਾਅਦ 'ਚ ਲੈ ਸਕਦੇ ਹਾਂ ਔਰ ਉਹ ਆਪਣਾ ਸੈਕੰਡ ਈਅਰ ਦਾ ਵੀਜ਼ਾ ਲੈ ਕੇ ਹੀ ਅੱਗੇ ਮੂਵ ਹੋਣਗੇ ਜੀ। ਤੇ ਜਿਹੜੀ ਤੁਸੀਂ ਸਟੱਡੀ ਕਰਵਾਉਂਦੇ ਹੋ ਇੱਥੇ ਉਹ ਸਾਰੇ ਇੰਟਰਨੈਸ਼ਨਲ ਕੋਰਸਿਸ ਹੋਣਗੇ? ਬਿਲਕੁਲ, ਇੰਟਰਨੈਸ਼ਨਲ ਕੁਆਲੀਫਿਕੇਸ਼ਨ ਹੈ, ਇੰਟਰਨੈਸ਼ਨਲ ਐਜੂਕੇਸ਼ਨ ਮੈਥਡ ਹੈ ਬੱਚਿਆਂ ਦਾ। ਉਹਦੇ 'ਚ ਕਾਫੀ ਬੈਨੀਫਿਟਸ ਅਲੱਗ ਤੋਂ ਵੀ ਹੈਗੇ ਐਕਸੈਪਟ ਵੀਜ਼ਾ ਸਕਸੈਸ ਰੇਟ ਤੋਂ। ਉਹ ਆਪਣੀ ਜਿਸ ਤਰ੍ਹਾਂ ਫੋਰਨ ਦੇ ਵਿੱਚ ਉਹਨਾਂ ਨੂੰ ਅਸਾਈਨਮੈਂਟ ਬਣਾਉਣੀ ਹੈ, ਐਜੂਕੇਸ਼ਨ ਸਿਸਟਮ ਹੈ ਉਸੇ ਸਿਸਟਮ ਨਾਲ ਉਸੇ ਸਿਲੇਬਸ ਦੇ ਨਾਲ ਅਸੀਂ ਇੱਥੇ ਪੜ੍ਹਾਉਂਦੇ ਹਾਂ। ਸੋ ਉਹਨਾਂ ਨੂੰ ਜਿਹੜੇ ਇੱਥੇ ਸਾਡੇ ਲੋਕਲ ਪ੍ਰੋਫੈਸਰਸ ਹੈ ਉਹ ਸਾਰੇ ਸਰਟੀਫਾਈਡ ਹੈ, ਟ੍ਰੇਨਡ ਹੋਏ ਹੈ ਵਰਲਡ ਦੀ ਟਾਪ ਕੰਪਨੀ ਤੋਂ ਔਰ ਉਹਨਾਂ ਨੂੰ ਅਸੀਂ ਇੰਗਲਿਸ਼ ਲੈਵਲ ਪਲੱਸ ਆਪਾਂ ਕਹੀਏ ਆਪਾਂ ਲੋਕਲ ਲੈਂਗੁਏਜ ਦੇ ਵਿੱਚ ਹਿੰਦੀ ਪੰਜਾਬੀ 'ਚ ਵੀ ਉਹਨਾਂ ਨੂੰ ਨਾਲ ਸਪੋਰਟ ਮਿਲਦੀ ਹੈ। ਉਹਨਾਂ ਨੂੰ ਅਸਾਈਨਮੈਂਟ ਬਣਾਉਣ ਦਾ ਇੱਕ ਫਾਰਮੈਟ ਦੇ ਦਿੱਤਾ ਜਾਂਦਾ, ਸਿਸਟਮ ਸਿਖਾਇਆ ਜਾਂਦਾ ਤਾਂ ਕਿ ਉਹਨਾਂ ਨੂੰ ਈਵਨ ਉੱਥੇ ਜਾ ਕੇ ਵੀ ਪੜ੍ਹਨ 'ਚ ਦਿੱਕਤ ਨਾ ਆਏ। ਨਾਲ ਦੀ ਨਾਲ ਉਹਨਾਂ ਦਾ ਇਹ ਜਿਹੜਾ ਐਜੂਕੇਸ਼ਨ ਹੈ ਇਹ ਥਿਉਰੀ ਔਰ ਪ੍ਰੈਕਟੀਕਲ 50-50 ਬੇਸਡ ਹੈਗਾ। ਸੋ ਬੱਚਿਆਂ ਨੂੰ ਪ੍ਰੈਕਟੀਕਲ ਸਕਿੱਲਸ ਵੀ ਕਰਾਏ ਜਾਂਦੇ ਆ। ਜਿਸ ਤਰ੍ਹਾਂ ਕੋਈ ਬੱਚੇ ਸਾਡੇ ਕੋਲ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਹੇ ਤਾਂ ਅਸੀਂ ਉਹਨੂੰ ਸਾਡੇ ਕੋਲ ਇੱਥੇ ਪ੍ਰੋਪਰ ਲੈਬਸ ਕਿਚਨਸ ਬਣੀਆਂ ਹੋਈਆਂ, ਅਸੀਂ ਉਹਨਾਂ ਨੂੰ ਪ੍ਰੈਕਟੀਕਲਸ ਵੀ ਕਰਾਉਂਦੇ ਆ ਜਿਹਦੇ ਨਾਲ ਉਹਨਾਂ ਨੂੰ ਉੱਥੇ ਜਾ ਕੇ ਜਿਹੜਾ 20 ਆਵਰਸ ਜਾਂ ਹੋਰ ਵਰਕ ਪਾਰਟ ਟਾਈਮ ਵਰਕ ਅਲਾਉਡ ਹੈਗਾ ਉੱਥੇ ਵੀ ਉਹਨਾਂ ਨੂੰ ਅੱਛੀਆਂ ਸੈਲਰੀਜ਼, ਅੱਛੀਆਂ ਜੌਬਸ ਮਿਲਦੀਆਂ, ਉਹਨਾਂ ਨੂੰ ਵਰਕ ਲੰਚ ਈਜ਼ੀ ਹੁੰਦਾ ਤਾਂ ਉਹਨਾਂ ਨੂੰ ਜਾ ਕੇ ਕਿਸੇ ਵੀ ਤਰੀਕੇ ਨਾਲ ਉੱਥੇ ਜਾ ਕੇ ਆਪਣੇ ਆਪ ਨੂੰ ਐਸਟੈਬਲਿਸ਼ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਏ। ਉਹਨਾਂ ਦਾ ਸਾਰਾ ਪ੍ਰੋਸੈਸ ਬੜਾ ਕਨਵੀਨੀਅੰਟ ਈਜ਼ੀਲੀ ਉਹਨਾਂ ਨੂੰ ਪ੍ਰੀਪੇਅਰਡ ਕਰਕੇ ਆਪਾਂ ਬੱਚਿਆਂ ਨੂੰ ਇੱਥੋਂ ਭੇਜਦੇ ਹਾਂ ਜੀ। ਸੋ ਜੇਕਰ ਜਿਹੜੇ ਬੱਚੇ ਜਿਨ੍ਹਾਂ ਦਾ ਗੈਪ ਹੈ ਜਾਂ ਜਿਹੜੇ ਬੱਚੇ ਮਤਲਬ ਕਾਫੀ ਟਾਈਮ ਤੋਂ ਜਿਨ੍ਹਾਂ ਦੀ ਰਿਫਿਊਜ਼ਲ ਆ ਰਹੀ ਹੈ ਤਾਂ ਇਹ ਵੀ ਉਹਨਾਂ ਦੇ ਲਈ ਗੋਲਡਨ ਓਪਰਚੁਨਿਟੀ ਹੋ ਸਕਦੀ ਹੈ ਕਿ ਤੁਸੀਂ ਜੇਕਰ ਇੰਟਰਨੈਸ਼ਨਲ ਐਜੂਕੇਸ਼ਨ ਲੈਣਾ ਚਾਹੁੰਦੇ ਹੋ ਤਾਂ ਇੱਥੇ ਤੁਸੀਂ ਆਪਣਾ ਫਸਟ ਈਅਰ ਕਰ ਸਕਦੇ ਹੋ ਪੂਰਾ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਡ੍ਰੀਮ ਕੰਟਰੀ ਦੇ ਵਿੱਚ ਮੂਵ ਕਰ ਸਕਦੇ ਹੋ। ਇਹ ਵੀ ਤੁਹਾਡੇ ਲਈ ਇੱਕ ਵਧੀਆ ਜੋ ਹੈ ਇਨੀਸ਼ੀਏਟਿਵ ਲੈ ਕੇ ਆਏ ਨੇ ਕ੍ਰੋਸਲੈਂਡ ਐਜੂਕੇਸ਼ਨ ਤੋਂ ਡਾਕਟਰ DJ ਸਿੰਘ। ਤਾਂ ਇਸ ਤੋਂ ਇਲਾਵਾ ਜਿਹੜੇ ਨਰਸਿਸ ਨੇ ਉਹਨਾਂ ਲਈ ਕੀ ਕੁਝ ਖਾਸ ਹੈ? ਨਰਸਿਸ ਦੇ ਲਈ ਮਤਲਬ ਕੋਈ ਪ੍ਰੋਗਰਾਮ ਹੈ ਨਵਾਂ ਇਸ ਤਰੀਕੇ ਦਾ? ਹਾਂਜੀ, ਸੋ ਨਰਸਿਸ ਦੇ ਵਾਸਤੇ ਵੀ ਅਸੀਂ ਕੁਝ ਇੱਕ ਉਹਨਾਂ ਲਈ ਸੋਲੂਸ਼ਨਸ ਲੈ ਕੇ ਆਏ ਹਾਂ ਕਿਉਂਕਿ ਬਹੁਤ ਸਾਰੇ ਸਾਡੇ ਨਰਸਿਸ ਦੇ ਬੱਚੀਆਂ ਹੈਗੀਆਂ ਉਹ ਬਾਹਰ ਜਾਣਾ ਚਾਹੁੰਦੇ ਆ ਔਰ ਅੱਛੀ ਇਨਕਮ ਸੈਲਰੀਜ਼ ਲੈਣਾ ਚਾਹੁੰਦੇ ਆ। ਪੰਜਾਬ ਦੇ ਵਿੱਚ ਪਤਾ ਹੀ ਆਪਾਂ ਨੂੰ ਨਰਸਿਸ ਦੀ ਕੀ ਸੈਲਰੀ ਪੈਕੇਜ ਚੱਲਦੇ ਆ। ਸੋ ਇੰਟਰਨੈਸ਼ਨਲ ਨਰਸਿਸ ਦੀ ਡਿਮਾਂਡ ਵੀ ਬਹੁਤ ਹੈ ਔਰ ਉਹ ਜਾਣਾ ਵੀ ਚਾਹੁੰਦੇ ਆ ਬਟ ਉਹਨਾਂ ਨੂੰ ਉਹਦੇ ਵਿੱਚ ਵੀ ਕਾਫੀ ਚੈਲੰਜਸ ਆਉਂਦੇ ਆ ਕਿ ਉਹਨਾਂ ਕੋਲ ਬੈਂਡ ਨਹੀਂ ਪੂਰੇ ਹੁੰਦੇ। ਜਿਸ ਤਰ੍ਹਾਂ 7 ਬੈਂਡ ਈਚ ਦੀ ਰਿਕੁਆਇਰਮੈਂਟ ਰਹਿੰਦੀ ਹੈ ਕਈ ਕੰਟਰੀਜ਼ ਦੇ ਵਿੱਚ। ਉਹਨਾਂ ਤੋਂ ਉਹਨਾਂ ਦੇ ਵਰਕ ਐਕਸਪੀਰੀਅੰਸ ਗੈਪ ਆ ਜਾਂਦੇ ਆ ਡਿਊ ਟੂ ਸਮ ਫੈਮਿਲੀ ਰੀਜ਼ਨਸ ਜਾਂ ਉਹਨਾਂ ਦੇ ਕੀ ਕਹੀਏ ਫਾਈਨੈਂਸ਼ੀਅਲ ਕੈਪੈਸਿਟੀ ਨਹੀਂ ਹੁੰਦੀ ਕਿ 18-20 ਲੱਖ ਰੁਪਏ ਆਪਣਾ ਸਟੂਡੈਂਟ ਵੀਜ਼ਾ ਤੇ ਉਹ ਖਰਚ ਸਕਣ। ਸੋ ਉਹਨਾਂ ਦੇ ਲਈ ਵੀ ਅਸੀਂ ਕਈ ਆਪਸ਼ਨਸ ਲੈ ਕੇ ਆਏ ਹਾਂ
ਜਿਨ੍ਹਾਂ ਵਿੱਚੋਂ ਇੱਕ ਅਸੀਂ ਹੁਣ UK NHS ਨੈਸ਼ਨਲ ਹੈਲਥ ਸਰਵਿਸਿਜ਼ UK ਦੇ ਨਾਲ ਅਸੀਂ ਕੋਲੈਬੋਰੇਸ਼ਨ ਤੇ ਹੈਲਥ ਕੇਅਰ ਅਸਿਸਟੈਂਟ ਦੇ ਪ੍ਰੋਗਰਾਮ ਲੈ ਕੇ ਆਏ ਹਾਂ, ਜਿਹਦੇ ਵਿੱਚ UK ਜਾ ਕੇ ਸਾਡੀਆਂ GNM ਬੱਚੀਆਂ ਜਿਹੜੀਆਂ ਹੈਗੀਆਂ ਉੱਥੇ ਜੌਬ ਕਰ ਸਕਦੇ ਆ ਔਰ ਉੱਥੇ ਉਹਨਾਂ ਨੂੰ 2 ਸਾਲ ਦੀ ਵਰਕ ਪਰਮਿਟ ਮਿਲਦਾ, ਕੰਟਰੈਕਟ ਹੈਗਾ ਜਿਹਦੇ 'ਚ ਉਹਨਾਂ ਨੂੰ 20 ਲੱਖ ਦੇ ਕਰੀਬ ਸੈਲਰੀ ਉਹਨਾਂ ਨੂੰ ਮਿਲਦੀ ਹੈ। ਔਰ ਇਹ ਜਿਹੜੀਆਂ ਜੌਬਸ ਹੈਗੀਆਂ ਅਸੀਂ ਕੇਅਰ ਹੋਮਸ ਦੇ ਲਈ ਲੈ ਕੇ ਆਏ ਹਾਂ, ਜਿਹਦੇ 'ਚ ਉਹਨਾਂ ਨੇ 올ਡ ਏਜ ਦੇ ਵਿੱਚ ਜਿਹੜੇ ਹਾਊਸਿਸ ਹੈਗੇ ਉੱਥੇ ਕੰਮ ਕਰਨਾ ਹੈ। ਇਹਦੇ ਵਿੱਚ ਇੱਕ ਕਨਫਿਊਜ਼ਨ ਵੀ ਚੱਲਦਾ ਹੈ, ਕਈ ਕੰਸਲਟੈਂਟ ਜਾਂ ਕਈ ਲੋਕ ਉਹਨਾਂ ਨੂੰ ਹੋਮ ਕੇਅਰ ਦਾ ਵੀ ਜੌਬ ਦੇ ਰਹੇ। ਸੋ ਦੇयर इज अ डिफरेंस बिटवीन ਹੋਮ ਕੇਅਰ ਐਂਡ ਕੇਅਰ ਹੋਮ। ਤਾਂ ਹੋਮ ਕੇਅਰ ਦੇ ਵਿੱਚ ਤੁਸੀਂ ਡੋਰ ਟੂ ਡੋਰ ਜਾ ਕੇ ਲੋਕਾਂ ਦੀ ਪੇਸ਼ੈਂਟਸ ਦੀ ਕੇਅਰ ਕਰਨੀ ਹੁੰਦੀ ਹੈ, ਬਟ ਵੀ ਆਰ ਵਰਕਿੰਗ ਮੇਨਲੀ ਔਨ ਕੇਅਰ ਹੋਮਸ, ਜਿੱਥੇ ਕਿ ਇੱਕ ਸਟੇਬਲ ਤੁਸੀਂ ਜੌਬ ਕਰਦੇ ਹੋ, ਪ੍ਰੋਪਰ ਤੁਹਾਡਾ ਅਕਮੋਡੇਸ਼ਨ, ਰਹਿਣ ਦਾ ਟਾਈਮ ਟੇਬਲ, ਡੇਲੀ ਰੂਟੀਨ ਸਾਰਾ ਇੱਕ ਸਟੇਬਲ ਨਾਲ ਹੁੰਦਾ ਹੈ ਤੇ ਤੁਹਾਨੂੰ ਈਜ਼ੀਨੈਸ ਰਹਿੰਦੀ ਹੈ ਜੀ। ਤੇ ਉਹਦੇ ਵਾਸਤੇ ਕਿੰਨੀ ਕੁ ਮਤਲਬ ਐਵਰੇਜ ਅਪਰੋਕਸੀਮੇਟ ਦੇਖਿਆ ਜਾਵੇ ਕਿੰਨੀ ਕੁ ਫੀ ਲੱਗਦੀ ਉਹਦੇ ਲਈ? ਹਾਂਜੀ, ਸੋ GNM ਜਿਹੜੇ ਹੈਲਥ ਕੇਅਰ ਅਸਿਸਟੈਂਟ ਚ ਕੈਂਡੀਡੇਟ ਜਾ ਰਹੇ ਹੈ ਉਹਨਾਂ ਨੂੰ GNM ਕਰਨੀ ਹੈ ਪਲੱਸ 5.5 ਓਵਰਆਲ ਬੈਂਡ ਚਾਹੀਦੇ ਹੈ, ਨਾਟ ਲੈਸ ਦੈਨ 5, ਤੇ 2 ਤੋਂ 3 ਮਹੀਨੇ ਦਾ ਪ੍ਰੋਸੈਸ ਹੈ ਜਿਹਦੇ ਥਰੂ ਅਸੀਂ ਉਹਨਾਂ ਨੂੰ ਉੱਥੋਂ ਦਾ ਵਰਕ ਪਰਮਿਟ ਅਰੇਂਜ ਕਰਾ ਕੇ ਦੇਈਦਾ ਔਰ ਇਹ ਨੈਸ਼ਨਲ ਗਵਰਨਮੈਂਟ ਸਰਵਿਸ ਦੇ ਥਰੂ ਆ ਰਿਹਾ ਹੈ। ਇਟ ਇਜ਼ ਐਨ ਓਪਨ ਪਾਲਿਸੀ, ਸੋ ਇਸ ਤਰੀਕੇ ਨਾਲ ਇਹ ਸਾਰਿਆਂ ਲਈ ਹੈਲਪਫੁਲ ਹੈਗਾ ਔਰ ਇਹਦੀ ਬਹੁਤ ਹੀ ਨੋਮੀਨਲ ਕਾਸਟ ਹੈ ਬਿਕੋਜ਼ ਇਟ ਇਜ਼ ਅ ਗਵਰਨਮੈਂਟ ਪ੍ਰੋਜੈਕਟ। ਸੋ ਇਹਦੇ ਵਿੱਚ ਕੋਈ ਵੀ ਓਵਰ ਚਾਰਜਿੰਗ ਜਾਂ ਕਈ ਅੰਡਰ ਹਿਡਨ ਚਾਰजेस ਨਹੀਂ ਹੈਗੇ, ਜੋ ਉਹਨਾਂ ਦੀਆਂ ਕਾਸਟ ਆ ਰਹੀਆਂ ਹੈ ਟ੍ਰੇਨਿੰਗ ਦੀਆਂ ਉਹੀ ਹੀ ਚਾਰਜ ਹੋ ਰਹੀਆਂ ਜੀ। ਤੇ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਜੋ ਤੁਸੀਂ ਪ੍ਰੋਗਰਾਮਸ ਲੈ ਕੇ ਆਏ ਹੋ, ਜੋ ਤੁਸੀਂ ਬਾਕੀਆਂ ਦੇ ਲਈ ਪ੍ਰੋਗਰਾਮਸ ਲੈ ਕੇ ਆਏ ਹੋ, ਸਵਾਲ ਇਹ ਖੜਾ ਹੁੰਦਾ ਕਿ ਫਿਰ ਗੱਲ ਟਰਸਟ ਤੇ ਆ ਜਾਂਦੀ, ਵੀਜ਼ਾ ਰੇਟਸ ਕੀ ਨੇ? ਕਿਉਂਕਿ ਕੋਰਸਿਸ ਬੱਚਾ ਤੁਹਾਡੇ ਕੋਲੋਂ ਕਰ ਰਿਹਾ, ਤੁਸੀਂ ਕਹਿ ਰਹੇ ਹੋ ਅਸੀਂ ਤੁਹਾਡੇ ਲਈ ਇਹ ਵੀ ਕਰਾਂਗੇ, ਅਸੀਂ ਤੁਹਾਡੇ ਲਈ ਇਹ ਵੀ ਕਰਾਂਗੇ, ਤੁਸੀਂ ਗਰੰਟੀਜ਼ ਦੇ ਰਹੇ ਹੋ, ਪਰ ਵੀਜ਼ਾ ਰੇਟਸ ਕੀ ਨੇ ਕ੍ਰੋਸ ਲੈਂਡ ਇਮੀਗ੍ਰੇਸ਼ਨ ਦੇ, ਕ੍ਰੋਸ ਲੈਂਡ ਐਜੂਕੇਸ਼ਨ ਦੇ, ਤਾਂ ਕਿ ਬੱਚਾ ਤੁਹਾਡੇ ਕੋਲ ਆਏ? ਦੇਖੋ ਖੁਸ਼ਬੂ ਜੀ, ਇਹ ਤਾਂ ਇੱਕ ਬੰਦੇ ਦੀ ਇੱਕ ਕੰਪਨੀ ਦੇ ਨਾਲ ਤੁਸੀਂ ਜਦੋਂ ਡੀਲ ਕਰਦੇ ਹੋ ਉਦੋਂ ਹੀ ਪਤਾ ਲੱਗਦਾ ਬੇਸਿਕਲੀ ਤਾਂ, ਬਟ ਜੋ ਸਾਡੀ ਕੰਪਨੀ ਦੀ ਪਾਲਿਸੀ ਹੈ ਕਿ ਵੀ ਆਰ ਐਨ ਐਜੂਕੇਸ਼ਨਲ ਗਰੁੱਪ ਐਸਟੈਬਲਿਸ਼ਡ ਹੈਗੇ ਹਾਂ ਅਸੀਂ, ਔਰ ਸਾਡਾ ਜੋ ਮਕਸਦ ਰਹਿੰਦਾ ਰਾਈਟ ਗਾਈਡੈਂਸ ਕਰੀਏ। ਅਸੀਂ ਹਰ ਕੈਂਡੀਡੇਟ ਨੂੰ, ਹਰ ਬੰਦੇ ਨੂੰ ਕੋਈ ਇਹ ਵੀ ਨਹੀਂ ਕਮੈਂਟ ਕਰਦੇ ਵੀ ਹਾਂਜੀ ਚਾਹੇ ਤੁਹਾਡਾ ਪ੍ਰੋਫਾਈਲ ਹੈ ਚਾਹੇ ਨਹੀਂ ਹੈ ਜੀ ਤੁਹਾਡਾ ਵੀਜ਼ਾ ਲਗਵਾ ਦਿਆਂਗੇ। ਵੀ ਡੋਂਟ ਹੈਵ ਦੈਟ ਅਥਾਰਟੀ। ਅਸੀਂ ਉਹੀ ਕਮਿਟਮੈਂਟ ਕਰਦੇ ਹਾਂ ਜਿੱਥੇ ਸਾਨੂੰ ਲੱਗਦਾ ਕਿ ਅਸੀਂ ਆਪਣੀ ਬੈਸਟ ਸਰਵਿਸਿਜ਼ ਦੇ ਕੇ ਵੀਜ਼ਾ ਸਕਸੈਸ ਰੇਟ ਅੱਛੀ ਤਰੀਕੇ ਨਾਲ ਬੱਚੇ ਦੀ ਜੋ ਵੀ ਉਹਦੀਆਂ ਬੇਸਿਕਲੀ ਹੁੰਦਾ ਕੀ ਹੈ ਕਿ ਮੋਸਟਲੀ ਬੱਚੇ ਮਿਸਗਾਈਡਡ ਹੁੰਦੇ ਆ, ਉਹਨਾਂ ਨੂੰ ਔਰ ਜਿਹੜੇ ਵੀ ਹੋਰ ਲੋਕ ਵੀ ਬੈਠੇ ਕੰਸਲਟੈਂਟ ਬੈਠੇ ਉਹ ਖੁਦ ਆਪਣੇ ਐਜੂਕੇਸ਼ਨ ਨਹੀਂ ਹੁੰਦੀ, ਉਹਨਾਂ ਦੀ ਕੋਈ ਕੁਆਲੀਫਿਕੇਸ਼ਨ ਨਹੀਂ ਹੈ, ਉਹਨਾਂ ਨੂੰ ਕੋਈ ਗਵਰਨਮੈਂਟ ਤੋਂ ਉਹਨਾਂ ਨੇ ਕੋਈ ਟ੍ਰੇਨਿੰਗਸ ਨਹੀਂ ਲਿੱਤੀਆਂ ਹੋਈਆਂ, ਉਹ ਕਿਧਰੇ ਰਜਿਸਟਰਡ ਨਹੀਂ ਹੁੰਦੇ, ਤੁੱਕੇਬਾਜ਼ੀ ਕਰਦੇ ਲੋਕੀ। ਉਸ ਚੀਜ਼ ਨੂੰ ਸਾਡੇ ਇੱਥੇ ਬੜਾ ਪ੍ਰੋਫੈਸ਼ਨਲੀ ਹੈਂਡਲ ਕੀਤਾ ਜਾਂਦਾ। ਸੋ ਇਫ ਵੀ ਫੀਲ ਕਿ ਕੈਂਡੀਡੇਟ ਰਾਈਟ ਨਹੀਂ ਹੈ ਜਾਂ ਉਹਦਾ ਨਹੀਂ ਹੋ ਸਕਦਾ, ਅਸੀਂ ਉਹਨੂੰ ਮਨਾ ਵੀ ਕਰਦੇ ਹਾਂ, ਬਟ ਜਿੱਥੇ ਅਸੀਂ ਕੌਨਫੀਡੈਂਟ ਹੁੰਦੇ ਹਾਂ ਕਿ ਅਸੀਂ ਇਹ ਕੇਸ ਕਰ ਸਕਦੇ ਹਾਂ, ਸਰਵਿਸ ਦੇ ਸਕਦੇ ਹਾਂ, ਅਸੀਂ ਜ਼ਰੂਰ ਉੱਥੇ ਬੱਚਿਆਂ ਦੀ ਪੂਰੀ ਹੈਲਪ ਕਰੀਦੀ ਹੈ। ਸੋ ਜਿਸ ਤਰੀਕੇ ਦੇ ਨਾਲ ਇਹ ਸਾਰੀਆਂ ਮਤਲਬ ਗੱਲਾਂ ਨੇ, ਇੱਕ ਚੀਜ਼ ਆ ਜਾਂਦੀ ਹੈ ਕਿ ਅੱਜ ਕੱਲ੍ਹ ਬੱਚਿਆਂ ਦੇ ਨਾਲ ਕਈ ਚੀਜ਼ਾਂ ਨੂੰ ਲੈ ਕੇ ਪੈਕੇਜਸ ਵੀ ਆ ਰਹੇ ਨੇ ਕਿ ਪੈਕੇਜ ਸਿਸਟਮ ਇਸ ਤਰੀਕੇ ਦੇ ਨਾਲ ਹੈ, ਅਸੀਂ ਤੁਹਾਡੇ ਕੋਲ ਫੀ ਬਾਅਦ ਦੇ ਵਿੱਚ ਲਵਾਂਗੇ, ਜਾਂ ਉਹ ਸਾਰੇ ਪ੍ਰੋਸੈਸ ਕੀ ਹੁੰਦੇ ਨੇ ਕਿ ਬੱਚਾ ਉਹਨਾਂ ਚੀਜ਼ਾਂ ਦੇ ਵਿੱਚ ਫਸ ਜਾਂਦਾ? ਸੋ ਬਿਲਕੁਲ ਮੈਂ ਬਿਲਕੁਲ ਰਿਕਮੈਂਡ ਨਹੀਂ ਕਰਦਾ ਸਟੂਡੈਂਟਸ ਨੂੰ ਕਿ ਪੈਕੇਜ ਸਿਸਟਮ ਜਾਓ, ਕਿਉਂਕਿ ਮੋਸਟਲੀ ਕੀ ਹੁੰਦਾ ਕਿ ਤੁਸੀਂ ਪੈਕੇਜ ਉੱਥੇ ਕਰਦੇ ਹੋ ਜਦੋਂ ਤੁਹਾਡੇ ਕੋਲ ਆਪ ਫਾਈਨੈਂਸ਼ੀਅਲੀ ਵੀਕ ਹੁੰਦੇ ਹੋ ਜਾਂ ਤੁਹਾਡਾ ਪ੍ਰੋਫਾਈਲ ਵੀਕ ਹੁੰਦਾ, ਤਾਂ ਨੈਚੁਰਲੀ ਕਿਸੇ ਕੰਸਲਟੈਂਟ ਕੋਲ ਜਾਂ ਕੋਈ ਜਾੜੂ ਦੀ ਛੜੀ ਨਹੀਂ ਹੈ ਕਿ ਤੁਹਾਨੂੰ ਰਾਤੋਂ ਰਾਤ ਬਿਲਡ ਕਰ ਦੇਗਾ। ਸੋ ਉਹ ਝੂਠੇ ਕਾਗਜ਼ ਲਗਾਉਂਦੇ ਆ ਉਸ ਵਾਸਤੇ, ਔਰ ਉਸ ਕਾਗਜ਼ਾਂ ਦੇ ਉੱਤੇ ਤੁਸੀਂ ਅੱਜ ਨਹੀਂ ਤਾਂ ਕੱਲ ਫਸ ਹੀ ਜਾਂਦੇ ਹੋ। ਸੋ ਪੈਕੇਜਸ ਉੱਥੇ ਹੀ ਚੱਲਦੇ ਆ ਜਿੱਥੇ ਝੂਠੇ ਰਸੀਦਾਂ ਲੱਗਦੀਆਂ, ਕਾਲਜ ਨੂੰ ਫੀਸ ਨਹੀਂ ਦਿੱਤੀ ਜਾਂਦੀ ਔਰ ਉਹਦੀ ਰਿਸੀਟਸ ਲੱਗਦੀਆਂ, ਐਂਡ ਦੈਟ ਇਜ਼ ਅ ਮੈਂਡੇਟਰੀ ਰਿਕੁਆਇਰਮੈਂਟ ਜਿਹਦੀਆਂ ਵੈਰੀਫਿਕੇਸ਼ਨਸ ਜ਼ਰੂਰ ਹੁੰਦੀਆਂ। ਸੋ ਇਸ ਕਰਕੇ ਉਹਦੇ ਤੇ ਪੈਕੇਜ ਤੇ ਰਿਫਿਊਜ਼ਲਸ ਆਣੀਆਂ, ਅੱਛਾ ਵੀ ਤੁਹਾਡਾ ਪ੍ਰੋਫਾਈਲ ਹੈ, ਤੁਹਾਡੇ ਅਕੈਡਮਿਕਸ ਅੱਛੇ ਹੈ, ਬਟ ਤੁਹਾਡੇ ਕੋਲ ਬੈਂਡ ਵੀ ਅੱਛੇ ਹੈ, ਬਟ ਸਟਿਲ ਤੁਸੀਂ ਪੈਕੇਜ ਦੇ ਚੱਕਰ 'ਚ ਪ੍ਰਾਈਵੇਟ ਕਾਲਜ ਲੈ ਲੈਂਦੇ ਹੋ ਜਾਂ ਆਪਣੀ ਫੇਕ ਡਾਕੂਮੈਂਟ ਕਰ ਲੈਂਦੇ ਹੋ, ਉਸ ਚੀਜ਼ ਦੇ ਵਿੱਚ ਤੁਹਾਡਾ ਰਿਫਿਊਜ਼ਲ ਰੇਟ ਵੱਧਦਾ ਵੀ ਹੈ ਤੁਹਾਡੇ ਤੇ। ਇਟ ਇਜ਼ ਯੋਰ ਫਿਊਚਰ। ਕੰਸਲਟੈਂਟ ਦੀ ਤਾਂ ਲੋਟਰੀ ਸਿਸਟਮ ਹੁੰਦਾ, ਵੀਜ਼ਾ ਲੱਗ ਗਿਆ ਤਾਂ ਉਹਨੇ 4 ਗੁਣਾ ਪੈਸੇ ਲੈ ਲੈਣੇ, ਨਹੀਂ ਲੱਗਿਆ ਤਾਂ ਉਹਨੇ ਕਹਿਣਾ ਜੀ ਮੈਂ ਤੁਹਾਡੇ ਤੋਂ ਕੀ ਲਿੱਤਾ। ਠੀਕ ਹੈ, ਉਹ ਤਾਂ ਆਪਣਾ ਪੱਲਾ ਝਾੜ ਲੈਂਦੇ, ਬਟ ਐਟ ਦਾ ਐਂਡ ਆਫ ਦਾ ਡੇ ਜਿਹੜਾ ਸਟੂਡੈਂਟ ਹੈ, ਕੈਂਡੀਡੇਟ ਹੈ, ਉਹ ਆਪਣਾ ਪੂਰਾ ਪ੍ਰੋਫਾਈਲ ਖਰਾਬ ਕਰ ਲੈਂਦੇ ਜੀ। ਤੇ ਜਦੋਂ ਇਹ ਸਭ ਹੁੰਦਾ ਹੈ ਤੇ ਬੱਚਾ ਮੰਨ ਲਓ ਵੀਜ਼ਾ ਆ ਗਿਆ, ਬੱਚਾ ਬਾਹਰ ਚਲਾ ਗਿਆ, ਤੇ ਇਹਦੇ ਨਾਲ ਬੱਚੇ ਨੂੰ ਕੱਲ ਨੂੰ PR ਦੇ ਵਿੱਚ ਦਿੱਕਤਾਂ ਆਉਂਦੀਆਂ ਨੇ? ਡੈਫੀਨਿਟਲੀ ਆਉਂਦੀਆਂ ਜੀ। ਉਹਨੂੰ ਪਤਾ ਹੀ ਨਹੀਂ ਹੁੰਦਾ ਮੇਰੀ ਫਾਈਲ 'ਚ ਪੇਪਰ ਕੀ ਹੈ। ਜਦੋਂ ਉਹਨੇ ਫਾਈਲ ਆਪਣੀ PR ਵੇਲੇ ਮੰਨ ਲਓ ਵੀਜ਼ਾ ਲੱਗ ਵੀ ਗਿਆ, ਪੜ੍ਹ ਵੀ ਲਏ ਆਪਾਂ, 3-4 ਸਾਲ ਉੱਥੇ ਸਟੇਬਲ ਵੀ ਹੋ ਗਏ, ਆਪਣੀ ਲਾਈਫ ਸਟਾਈਲ ਸਟੇਬਲ ਹੋ ਗਈ, ਜਦੋਂ ਐਟ ਦਾ ਐਂਡ ਆਪਾਂ ਆਪਣੀ PR ਫਾਈਲ ਕਰਨੀ ਹੈ,
ਉਦੋਂ ਆਪਣੇ ਸਾਰੇ ਡਾਕੂਮੈਂਟ ਦੁਬਾਰਾ ਲੱਗਦੇ ਆ, ਉਹਨਾਂ ਦੀਆਂ ਦੁਬਾਰਾ ਵੈਰੀਫਿਕੇਸ਼ਨਸ ਹੁੰਦੀਆਂ ਔਰ ਉਸ ਟਾਈਮ ਤੇ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਫਾਈਲ 'ਚ ਹੈ ਕੀ, ਜਾਂ ਜਿਹੜੀ ਵੀ ਅਸੀਂ ਇੰਸਟੀਟਿਊਸ਼ਨ ਤੋਂ ਸਰਟੀਫਿਕੇਟ ਲਗਾਇਆ, ਕਿਸੇ ਕੰਪਿਊਟਰ ਅਕੈਡਮੀ ਤੋਂ ਲਗਾਇਆ, ਕਿਸੇ ਕਾਲਜ ਯੂਨੀਵਰਸਿਟੀ ਤੋਂ ਬੈਕ ਡੇਟਸ ਵੀ ਸਰਟੀਫਿਕੇਟ ਲਗਾ ਲਏ ਕਿਸੇ ਨੇ ਲੈ ਕੇ, ਔਰ ਬਾਅਦ 'ਚੋਂ ਕਾਲਜ ਯੂਨੀਵਰਸਿਟੀਆਂ ਹੀ ਨਹੀਂ ਬਚਦੀਆਂ, ਸੋ ਉਹਦੀ ਕੋਈ ਵੈਰੀਫਿਕੇਸ਼ਨ ਨਹੀਂ ਹੋ ਸਕਦੀ। ਇਸ ਕੇਸ ਦੇ ਵਿੱਚ ਬੱਚਾ ਨਾ ਘਰ ਦਾ ਨਾ ਘਾਟ ਦਾ, ਉਹਦੀ ਹਾਲਤ ਬਹੁਤ ਖਰਾਬ ਹੋ ਜਾਂਦੀ ਹੈ। ਸੋ ਜੋ ਵੀ ਗੱਲਾਂ ਹੋਈਆਂ ਨੇ, ਹੋਪਸ ਹੋ ਕਿ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲੇ ਹੋਣਗੇ। ਜਿਸ ਤਰੀਕੇ ਦੇ ਨਾਲ ਕਿ ਪੈਕੇਜ ਸਿਸਟਮ ਦੇ ਵਿੱਚ ਜੇਕਰ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਤਾਂ ਚਾਂਸਿਸ ਤਾਂ ਘੱਟ ਹੁੰਦੇ ਹੀ ਨੇ, ਰਿਫਿਊਜ਼ਲ ਆਉਣ ਦੇ ਚਾਂਸਿਸ ਹੁੰਦੇ ਨੇ, ਪਰ ਇਸ ਦੇ ਨਾਲ ਇਹ ਵੀ ਚਾਂਸਿਸ ਨੇ ਕਿ ਜੇਕਰ ਤੁਹਾਡਾ ਵੀਜ਼ਾ ਆ ਗਿਆ ਤਾਂ ਕੱਲ੍ਹ ਨੂੰ ਤੁਹਾਨੂੰ PR ਲੈਣ ਦੇ ਵਿੱਚ ਬੇਹੱਦ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੇ ਜਿਸ ਤਰੀਕੇ ਦੇ ਨਾਲ ਤੁਸੀਂ ਸਹੀ ਕੰਸਲਟੈਂਟ ਨਾਲ ਹੀ ਕੰਸਲਟ ਕਰੋ, ਤੇ ਜਿਸ ਤਰੀਕੇ ਦੇ ਨਾਲ ਡਾਕਟਰ DJ ਸਿੰਘ ਅੱਜ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਵੱਲੋਂ ਦੱਸਿਆ ਗਿਆ ਕਈ ਤਰ੍ਹਾਂ ਦੀ ਓਪਰਚੁਨਿਟੀਜ਼ ਬੱਚਿਆਂ ਦੇ ਲਈ ਉਹ ਲੈ ਕੇ ਆਏ ਨੇ। ਜੇਕਰ ਤੁਸੀਂ ਇਹਨਾਂ ਦੇ ਨਾਲ ਕੰਸਲਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਚੰਡੀਗੜ੍ਹ ਦੇ ਵਿੱਚ ਸੈਕਟਰ 17 ਦੇ ਵਿੱਚ ਕ੍ਰੋਸਲੈਂਡ ਕੰਸਲਟੈਂਟਸ ਨੇ, ਐਜੂਕੇਸ਼ਨਸ ਨੇ, ਤੁਸੀਂ ਉਹਨਾਂ ਦੇ ਨਾਲ ਕੰਸਲਟ ਕਰ ਸਕਦੇ ਹੋ। ਤਾਂ ਜ਼ਰੂਰ ਮੈਨੂੰ ਲੱਗਦਾ ਕਿ ਤੁਹਾਨੂੰ ਤੁਹਾਡੀਆਂ ਇਹ ਜੋ ਦਿੱਕਤਾਂ ਨੇ ਉਹਨਾਂ ਤੋਂ ਰਾਹਤ ਮਿਲੇਗੀ। ਤਾਂ ਜ਼ਰੂਰ ਜੋ ਤੁਹਾਡੇ ਡ੍ਰੀਮਸ ਨੇ, ਜਿਹੜੇ ਡ੍ਰੀਮ ਕੰਟਰੀ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ, ਜ਼ਰੂਰ ਤੁਸੀਂ ਉੱਥੇ ਪਹੁੰਚ ਸਕਦੇ ਹੋ। ਇੱਕ ਵਾਰ ਜੇਕਰ ਤੁਸੀਂ ਕੰਸਲਟ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਦਫ਼ਤਰ ਸੈਕਟਰ 17 ਦੇ ਵਿੱਚ ਵਿਜ਼ਿਟ ਜ਼ਰੂਰ ਕਰੋ। ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਤੇ ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ।